Viewers, welcome back to our program ਜੀ ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਵਿੱਚ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਮੈਸੇਜ ਲਵਾਂਗੇ ਜੀ ਡਾਕਟਰ ਸਾਹਿਬ ਕੀ ਕਹਿੰਦੇ ਸਾਰੇ viewers ਵੀਰ ਹਰਲੀਨ ਸਿੰਘ ਲਿਖਦੇ ਨੇ ਮਾਈ ਐਕਸਟੈਂਡਡ ਫੈਮਿਲੀ ਬੈਕ ਇਨ ਪੰਜਾਬ ਓਨਲੀ ਸਪੀਕਸ ਹਿੰਦੀ ਟੂ ਕਿਡਸ maybe it's because Hindi now considered more of high class language in cities ਫਿਰ ਉਹਨਾਂ ਨੇ ਲਿਖਿਆ new international schools prohibit kids from speaking Punjabi in school ਉਹ ਕਹਿੰਦੇ ਨੇ ਵੀ ਉਹਨਾਂ ਦਾ ਪਰਿਵਾਰ ਜਿਹੜਾ ਵੱਡਾ ਪਰਿਵਾਰ ਹੈ ਪੰਜਾਬ 'ਚ ਉਹਨਾਂ ਦੇ ਬੱਚੇ ਹਿੰਦੀ ਬੋਲਦੇ ਨੇ ਜੀ ਔਰ ਕਿਉਂਕਿ ਇਹ ਇੱਕ ਕਲਚਰ ਬਣ ਗਿਆ ਕਿ ਜਿਹੜੀ ਉੱਚੀ ਕਲਾਸ ਹੈ ਉੱਚੀ ਜਮਾਤ ਹੈ ਹਾਈ ਜੈਂਟਰੀ ਉਹਨਾਂ ਦੀ ਜ਼ਬਾਨ ਹੈ ਔਰ ਉਹਨਾਂ ਨੇ ਕਿਹਾ ਈਵਨ ਇੰਟਰਨੈਸ਼ਨਲ ਸਕੂਲਾਂ ਦੇ ਵਿੱਚ ਤਾਂ ਬੱਚਿਆਂ ਨੂੰ ਬੋਲਣ ਦੇ ਉੱਤੇ ਹੀ ਪਾਬੰਦੀ ਹੈ ਇਕੱਲੇ ਇੰਟਰਨੈਸ਼ਨਲ ਸਕੂਲਾਂ 'ਚ ਨਹੀਂ ਸੈਕਰਡ ਹਾਰਟ ਜਾਂ ਇਸ ਕਿਸਮ ਦੇ ਤਾਂ ਪਹਿਲਾਂ ਹੀ ਸੀ ਹੁਣ ਜਿਹੜੇ ਈਵਨ ਪੰਜਾਬ ਦੇ ਵਿੱਚ ਪਬਲਿਕ ਸਕੂਲ ਜਿਨ੍ਹਾਂ ਦੀ ਮਾਲਕੀ ਵੀ ਸਿੱਖਾਂ ਕੋਲ ਹੈ ਉਹ ਸਿਰਫ ਅੰਗਰੇਜ਼ੀ ਔਰ ਹਿੰਦੀ ਬੱਚੇ ਬੋਲ ਸਕਦੇ ਨੇ ਜੇ ਕੋਈ ਇਸ ਤੋਂ ਬਿਨਾਂ ਪੰਜਾਬੀ ਬੋਲਦਾ ਉਹਨੂੰ ਫਾਈਨ ਕੀਤਾ ਜਾਂਦਾ ਔਰ ਘਰਾਂ ਦੇ ਵਿੱਚ ਵੀ ਇਹ ਕਲਚਰ ਘਰਾਂ 'ਚ ਕਲਚਰ ਬਈਏ ਲਿਆਏ ਕਿਉਂਕਿ ਨੌਕਰ ਘਰਾਂ 'ਚ ਬਈਏ ਨੇ ਖੇਤਾਂ 'ਚ ਵੀ ਔਰ ਕੰਮ ਪਿੰਡ 'ਚ ਵੀ ਸ਼ਹਿਰ 'ਚ ਵੀ ਔਰ ਇਹਦਾ ਹੀ ਨਤੀਜਾ ਹੈ ਕਿ ਪੰਜਾਬੀ ਜਿਹੜੀ ਹੈ ਉਹ ਤਹਿਜ਼ੀਬ 'ਚੋਂ ਵੀ ਗਾਇਬ ਹੋ ਰਹੀ ਹੈ ਵੀਰ ਜਸਵਿੰਦਰ ਸਿੰਘ ਲਿਖਦੇ ਨੇ ਇੱਕੋ ਹੱਲ ਖਾਲਿਸਤਾਨ ਪਤੇ ਦੀ ਗੱਲ ਹੈ ਵੀਰ ਅਜੈਬ ਸਿੰਘ ਲਿਖਦੇ ਨੇ ਡੂਇੰਗ ਗ੍ਰੇਟ ਜੌਬ ਡਾਕਟਰ ਸਾਹਿਬ ਜੀ ਬਹੁਤ ਸ਼ੁਕਰੀਆ ਵੀਰ ਅਜੈਬ ਸਿੰਘ ਜੀ ਸਰਬਜੀਤ ਸਿੰਘ ਸਰਬ ਰਘਬੀਰ ਸਿੰਘ ਜੀਤਾ ਸੰਦਰ ਪ੍ਰੀਤਪਾਲ ਸਿੰਘ ਸਰਜੀਤ ਸਿੰਘ ਇਹਨਾਂ ਸਾਰਿਆਂ ਨੇ ਖਾਲਿਸਤਾਨ ਜ਼ਿੰਦਾਬਾਦ ਔਰ ਤਾਰੀਫ ਕੀਤੀ ਹੈ TV 84 ਦੀ ਅਸੀਂ ਹੁਣ ਤੁਰਦੇ ਹਾਂ ਨੈਕਸਟ ਟੌਪਿਕ ਵੱਲ ਮੈਂ ਸਮੇਂ ਵੱਲ ਵੀ ਦੇਖ ਰਿਹਾ ਜੀ ਭਾਰਤ ਦੇ ਵਿੱਚ ਕੀ ਹੈ ਔਰ ਕਿਸ ਕਿਸਮ ਦਾ ਜਦੋਂ ਅਸੀਂ ਖਬਰਾਂ ਜੇ ਅਸੀਂ ਨਸਲਕੁਸ਼ੀ ਦੇ ਹਵਾਲੇ ਨਾਲ ਦੇਖਦੇ ਹਾਂ ਹਿੰਦੂਤਵਾ ਦੇ ਨਾਲ ਗਊ ਰਕਸ਼ਕਾਂ ਦੇ ਨਾਂ ਥੱਲੇ ਖੁਰਾਕ ਦੇ ਕੰਟੈਕਸਟ ਦੇ ਵਿੱਚ ਕਰਪਸ਼ਨ ਦੇ ਮਾਮਲੇ 'ਚ ਪਰ ਇੱਕ ਖਬਰ ਜਦੋਂ ਤੁਸੀਂ ਕਈ ਚੀਜ਼ਾਂ ਤੁਸੀਂ ਤੁਹਾਡੇ ਲਈ ਸਟੈਂਡ ਕਰਨੀਆਂ ਔਖੀਆਂ ਹੁੰਦੀਆਂ ਔਰ ਇਹ ਸੋਸ਼ਲ ਮੀਡੀਆ ਤੇ ਇਨੋਸੈਂਟ ਬੱਚੇ ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖਣਗੇ ਉਸ ਪਿਕਚਰ ਨੂੰ ਹੁਣ ਰੱਖੜੀ ਦਾ ਦਿਨ ਬੇਸ਼ੱਕ ਜਿਵੇਂ ਕਲਚਰਲੀ ਉੱਥੋਂ ਦੀ ਤਹਿਜ਼ੀਬ ਨੇ ਇਸ ਨੂੰ ਇਸ ਕਿਸਮ ਦਾ ਪ੍ਰੋਜੈਕਟ ਕੀਤਾ ਹੈ ਪੋਲੀਟੀਕਲ ਪਾਵਰ ਜਦੋਂ ਦੀ ਆਈ ਹੈ ਕਿ ਵੀ ਇਹ ਛੁੱਟੀ ਵੀ ਹੁੰਦੀ ਹੈ ਔਰ ਈਵਨ ਜੇਲ੍ਹਾਂ ਦੇ ਵਿੱਚ ਜਿੱਥੇ ਅਦਰਵਾਈਜ਼ ਮੁਲਾਕਾਤ ਬੜੀ ਸਖਤੀ ਹੁੰਦੀ ਹੈ ਇਸ ਦਿਨ ਉਹ ਰੱਖਦੇ ਨੇ ਕਿ ਜਿਹੜੇ ਜੇਲ੍ਹਾਂ 'ਚ ਨੇ ਉਹ ਆ ਕੇ ਪਰਿਵਾਰ ਵੀ ਮਿਲ ਸਕਦੇ ਨੇ ਔਰ ਰੱਖੜੀ ਬੰਨ੍ਹ ਸਕਦੇ ਨੇ ਔਰ ਮਾਪਿਓ ਨਾਲ ਮੁਲਾਕਾਤ ਹੋ ਸਕਦੀ ਹੈ ਜਾਂ ਜਿਵੇਂ ਵੀ ਉਹ ਸਾਰੇ ਰੂਲ ਜਿਹੜੇ ਨੇ ਉਹ ਰਿਲੈਕਸ ਕੀਤੇ ਹੁੰਦੇ ਨੇ ਔਰ ਇਹ ਖਬਰ ਹੈ ਮੱਧ ਪ੍ਰਦੇਸ਼ ਦੀ ਭੋਪਾਲ ਸੈਂਟਰਲ ਜੇਲ੍ਹ ਦੀ ਕਿ ਵੀ ਰੱਖੜੀ ਦੇ ਮੌਕੇ ਦੇ ਉੱਤੇ ਬੱਚੇ ਜਿਹੜੇ ਨੇ ਉਹ ਆਪਣੇ ਮਾਪਿਓ ਨੂੰ ਮਿਲਣ ਆਏ ਹੁਣ ਕਿਉਂਕਿ ਜਦੋਂ ਤੁਸੀਂ ਐਂਟਰੀ ਕਰਕੇ ਉਹਨਾਂ ਨੂੰ ਅੰਦਰ ਤੋਰਦੇ ਹੋ ਤਾਂ ਉਹਨਾਂ ਦੇ ਹੱਥ ਦੇ ਉੱਤੇ ਜਿਵੇਂ ਵੋਟ ਪਾਉਣ ਲੱਗੇ ਸਟੈਂਪ ਲਾਈ ਜਾਂਦੀ ਹੈ ਉਹਦਾ ਮਕਸਦ ਇਹ ਹੁੰਦਾ ਕਿ ਵੀ ਉਹ ਕਿਤੇ ਭੀੜ ਦਾ ਫਾਇਦਾ ਉਠਾ ਕੇ ਜਾਂ ਬਾਕੀਆਂ 'ਚ ਰਲ ਮਿਲ ਨਾ ਜਾਣ ਜਾਂ ਦੌੜ ਨਾ ਜਾਣ ਹੁਣ ਇਹ ਇੱਕ ਪ੍ਰੋਸੀਜਰ ਹੈ ਹੁਣ ਇਹਨਾਂ ਬੱਚਿਆਂ ਦੇ ਤੁਸੀਂ ਦੇਖ ਰਹੇ ਹੋ ਕਿ ਵੀ ਉਹਨਾਂ ਦੇ ਮੂੰਹ ਦੇ ਉੱਤੇ ਚੀਕਸ ਦੇ ਉੱਤੇ ਜਿਹੜੀ ਹੈ ਉਹ ਸਟੈਂਪ ਲਾ ਦਿੱਤੀ ਗਈ ਔਰ ਉਹਨਾਂ ਨੂੰ ਜਿਹੜਾ ਹੈ ਇਹ ਇਸ ਕਿਸਮ ਦੀ ਜਹਾਲਤ ਔਰ ਇਹ ਇਵੇਂ ਹੀ ਹੈ ਜਿਵੇਂ ਉਹ ਬੌਂਡਡ ਲੇਬਰ ਹੋਣ ਉਸ ਤੋਂ ਪਹਿਲਾਂ ਇੱਕ ਕੇਸ ਜਿਹੜਾ ਬੜਾ ਹਿਊਮਨ ਰਾਈਟ ਕਮਿਸ਼ਨ ਤੱਕ ਪਹੁੰਚਿਆ ਸੀ ਪੰਜਾਬ ਦਾ ਕਿ 3-4 ਬੀਬੀਆਂ ਜਿਨ੍ਹਾਂ ਨੂੰ ਜੇਬ ਕਤਰਨ ਦੇ ਦੋਸ਼ ਫੜਿਆ ਗਿਆ ਉਹਨਾਂ ਦੇ ਮੱਥੇ ਦੇ ਉੱਤੇ ਟੈਟੂ ਕਰਾ ਦਿੱਤਾ ਸੀ ਜੇਬ ਕਤਰੀਆਂ ਬਿਲਕੁਲ ਪੰਜਾਬੀ ਦੇ ਵਿੱਚ ਜੇਬ ਕਤਰੀਆਂ ਔਰ ਉਹ ਉਹਨਾਂ ਦੀ ਉਹ ਫੋਟੋ ਬਹੁਤ ਘੁੰਮਦੀ ਰਹੀ ਉਹਦੇ ਤੇ ਬੇਸ ਫਿਰ ਕਾਰਵਾਈ ਵੀ ਥੋੜੀ ਬਹੁਤ ਹੋਈ ਹੁਣ ਇਸ ਮੁੱਦੇ ਤੇ ਵੀ ਜਦੋਂ ਇਹ ਫੋਟੋ ਬਾਹਰ ਆਈ ਔਰ ਮੈਂ ਦੇਖਦਾ ਵੀ ਇਨੋਸੈਂਟ ਬੱਚੀ ਔਰ ਦੂਜਾ ਵੀ ਉਹਨੂੰ ਜਿਹੜਾ ਇਸ ਕਿਸਮ ਦੀ ਜਦੋਂ ਅਸੀਂ ਇੱਥੇ ਦੇਖਦੇ ਹਾਂ ਕਿ ਜੀ ਬੱਚੇ ਕਿਤੇ ਵਾਇਲੈਂਸ ਦੀ ਗੱਲ ਨਾ ਹੋ ਜਾਏ ਕੋਈ ਹੋਏ ਉਹਨੂੰ ਅਗਲੇ ਦਿਨ ਸਾਈਕੋਲੋਜਿਸਟ ਤੇ ਲਿਜਾਇਆ ਜਾਂਦਾ ਹੈ ਬੱਚਿਆਂ ਨੂੰ ਕਿ ਜੀ ਉਹਨਾਂ ਦੇ ਮਨ ਤੇ ਕੀ ਪ੍ਰਭਾਵ ਪਿਆ ਔਰ ਬੱਚਿਆਂ ਲਈ ਇਹ ਇੰਪ੍ਰੈਸ਼ਨੇਬਲ ਮਾਈਂਡ ਨੇ ਇਦਾਂ ਦੀ ਗੱਲ ਉਹ ਭੁੱਲ ਨਹੀਂ ਸਕਦੇ ਪਰ ਇਹ ਜਿਹੜੇ ਇਸ ਕਿਸਮ ਚੋਂ ਗੁਜ਼ਰਨ ਵਾਲੇ ਬੱਚੇ ਨੇ ਪਹਿਲਾਂ ਹੀ ਜਿਹੜਾ ਇਹਨਾਂ ਦਾ ਪਿਓ ਵੀ ਫੜਿਆ ਹੋਣਾ ਉਹ ਵੀ ਕਿਸੇ ਝੂਠੇ ਕੇਸ 'ਚ ਹੋਣਾ ਔਰ ਬੱਚੇ ਜਿਹੜੇ ਨੇ ਇੱਕ ਤਿਉਹਾਰ ਦੇ ਮੌਕੇ ਤਿਆਰ ਹੋ ਕੇ ਆਪਣੇ ਪਿਓ ਨੂੰ ਮਿਲਣ ਆਏ ਨੇ ਔਰ ਉਹਨਾਂ ਨੂੰ ਇਹ ਜਿਹੜਾ ਜਿਵੇਂ ਕਿ ਬੌਂਡਡ ਲੇਬਰ ਦਾ ਜਾਂ ਜੇਬ ਕਤਰੀ ਦਾ ਜਿਵੇਂ ਲਾਇਆ ਹੁੰਦਾ ਇਹ ਉਹਨਾਂ ਨੂੰ ਕੀਤਾ ਜਾਂਦਾ ਸੋ ਇਹ ਕਿਸ ਕਿਸਮ ਦੀ ਸੁਸਾਇਟੀ ਹੈ ਔਰਤਾਂ ਦੇ ਨਾਲ ਕੀ ਸਲੂਕ ਹੁੰਦਾ ਹੈ ਅਸੀਂ ਉਹ ਜ਼ਿਕਰ ਕੀਤਾ ਹੁਣ ਉਹ ਕੇਸ ਪੂਰਾ ਬਣ ਗਿਆ ਚੰਡੀਗੜ੍ਹ ਵਾਲਾ ਕਿ ਇੱਕ ਸੀਨੀਅਰ IAS ਆਫੀਸਰ ਦੀ ਬੱਚੀ ਜਿਹੜੀ ਹੈ ਉਹਨੂੰ ਜਿਹੜਾ ਉਹ BJP ਹਰਿਆਣੇ ਦਾ ਪ੍ਰੈਜ਼ੀਡੈਂਟ ਉਹ ਸਲੋਗਨ ਬੇਟੀ ਬਚਾਓ ਔਰ ਉਹਨੂੰ ਪ੍ਰੋਟੈਕਟ ਕਰਨ ਲਈ ਉਹਨਾਂ ਦੋਨਾਂ ਗੁੰਡਿਆਂ ਨੂੰ ਟਿੱਲ ਲਾ ਲਿਆ ਉਹਨਾਂ ਨੇ ਪਰ ਟਿੱਲ ਲਾਇਆ
ਪਰ ਕਿਉਂਕਿ ਲੋਕਾਂ ਦਾ ਪ੍ਰੈਸ਼ਰ ਇੰਨਾ ਕੁ ਬਿਲਟ ਹੋ ਗਿਆ, ਪਹਿਲਾਂ ਤਾਂ ਚੰਡੀਗੜ੍ਹ ਪੁਲਿਸ ਨੇ ਕਿਹਾ ਜੀ CCTV ਕੈਮਰੇ ਫੰਕਸ਼ਨਲ ਹੀ ਨਹੀਂ ਸੀ, ਲੇਕਿਨ ਲੋਕਾਂ ਦਾ ਦਬਾਅ, ਹੁਣ ਉਹਦੀ ਕਵਰੇਜ ਵੀ ਮਿਲ ਗਈ, ਹੁਣ ਉਹਨਾਂ ਦੇ ਉੱਤੇ ਐਬਡਕਸ਼ਨ ਅਗਵਾ ਦੀ ਧਾਰਾ ਵੀ ਹੋ ਗਈ, ਫਿਰ ਨੋਟਿਸ ਵੀ ਉਹਨਾਂ ਦੇ ਘਰ ਦੇ ਬਾਹਰ ਲਾਤਾ, ਉਹ ਘਰੋਂ ਦੌੜ, ਫਿਰ ਉਹਨਾਂ ਨੂੰ ਸੱਦ ਕੇ ਹੁਣ ਅੱਜ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਦੋਨਾਂ ਗੁੰਡਿਆਂ ਦੀ। ਲੇਕਿਨ ਇਸ ਹੱਦ ਤੱਕ ਇਹ ਬਦ ਇਖਲਾਕ ਲੋਕ ਨੇ ਕਿ ਬੀਜੇਪੀ ਦਾ ਪ੍ਰੈਜ਼ੀਡੈਂਟ ਜਿਹਨੂੰ ਮੋਰਲੀ ਅਸਤੀਫਾ ਦੇ ਦੇਣਾ ਚਾਹੀਦਾ, ਆਲਰੇਡੀ ਉਹਦਾ ਇੱਕ ਹੋਰ ਮੁੰਡਾ ਵੀ ਇਸ ਕਿਸਮ ਦੇ ਜੁਰਮ 'ਚ ਇਨਵੋਲਵ ਸੀ, ਉਹਨੂੰ ਡਿਫੈਂਡ ਕਰਨ ਤੇ ਲੱਗੇ ਹੋਏ ਨੇ, ਔਰ ਉਹਨੂੰ ਈਵਨ ਜਿਹੜਾ ਹਰਿਆਣੇ ਦੇ ਦੂਜੇ ਲੀਡਰ ਔਰ ਬੀਜੇਪੀ ਦੀ ਵੱਡੀ ਸਪੋਕਸ ਪਰਸਨ, ਔਰ ਇਹ ਕਿਹਾ ਜਾ ਰਿਹਾ ਜੀ ਮੁੰਡੇ ਨੇ ਕੀਤਾ, ਪਿਓ ਦਾ ਕੀ ਕਸੂਰ ਹੈ। ਔਰ ਹੁਣ ਉਹ ਪੋਲੀਟੀਕਲ ਗੇਮ ਸ਼ੁਰੂ ਹੋ ਗਈ ਕਿ ਜੀ ਇਹ ਕਿਉਂਕਿ ਜਾਟ ਹੈ ਬੀਜੇਪੀ ਦਾ ਔਰ ਖੱਟੜ ਔਰ ਦੂਜੇ ਇਸ ਲਈ ਜਾਟਾਂ ਨੂੰ ਥੱਲੇ ਕਰਨ ਦੇ ਲਈ ਇਹ ਜਿਹੜਾ ਹੁਣ ਉਹਦਾ ਅਸਤੀਫਾ ਲੈਣਾ ਚਾਹੁੰਦੇ ਨੇ। ਔਰ ਦੂਸਰਾ, ਸੋ ਕੁੱਲ ਮਿਲਾ ਕੇ ਜਿੱਥੇ ਇੱਜ਼ਤ ਮਹਿਫੂਜ਼ ਨਹੀਂ ਹੈ, ਜਿੱਥੇ ਬੱਚੇ ਜਿਹੜੇ ਨੇ ਉਹ ਇਸ ਕਿਸਮ ਦੀ ਸਿਚੁਏਸ਼ਨ, ਇਹ ਕਿਹੋ ਜਿਹਾ ਦੇਸ਼ ਹੈ, ਕਿਹੜੀ ਡੈਮੋਕ੍ਰੇਸੀ ਹੈ, ਕਿਹੜੀ ਇਹਦੇ 'ਚ ਤੁਸੀਂ ਇਹਨਾਂ ਨੂੰ ਈਵਨ ਕਿਸੇ ਹੱਦ ਤੋਂ ਵੀ, ਕਿਸੇ ਪੈਮਾਨੇ ਤੋਂ ਵੀ, ਕਿਸੇ ਕ੍ਰਾਈਟੇਰੀਆ ਤੋਂ ਵੀ ਇਹਨਾਂ ਨੂੰ ਤੁਸੀਂ ਈਵਨ ਇਨਸਾਨੀ ਵੈਲਿਊਜ਼ ਦਾ ਵਾਲਾ ਵੀ ਕਹਿ ਸਕਦੇ ਹੋ। ਤਾਂ ਹੈਵਾਨੀਅਤ ਹੈ, ਗੁੰਡਾਗਰਦੀ, ਹੈਵਾਨੀਅਤ, ਕਰਪਟ, ਚੋਰ, ਜਿੰਨੇ ਵੀ ਜਿਹੜੇ ਡਿਕਸ਼ਨਰੀ ਦੇ ਸ਼ਬਦ ਨੇ ਇਹਨਾਂ ਦੇ ਨਾਲ ਤੁਸੀਂ ਲਾ ਲਓ, ਇਹ ਫਿਰ ਵੀ ਉਸ ਤੋਂ ਘੱਟ ਲੱਗਣਗੇ ਕਿਉਂਕਿ ਇਹਨਾਂ 'ਚ ਕੋਈ ਇਨਸਾਨੀਅਤ ਨਾਂ ਦੀ ਚੀਜ਼ ਨਹੀਂ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਠੀਕ ਕਿਹਾ ਜੀ। ਡਾਕਟਰ ਸਾਹਿਬ, ਅਸੀਂ ਚਾਹਾਂਗੇ ਕਿ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ। ਅੱਜ ਦੇ ਵਿਚਾਰ ਲਈ ਅਸੀਂ ਆਸਾ ਰਾਗ 'ਚ ਪਹਿਲੇ ਪਾਤਸ਼ਾਹ ਦਾ ਸ਼ਬਦ ਚੁਣਿਆ ਜੀ। ਗ੍ਰਹਿ ਬਨ ਸਮਸਰ ਸਹਿਜ ਸੁਭਾਏ, ਦੁਰਮਤ ਗਤ ਭਈ ਕੀਰਤ ਠਾਏ, ਸੱਚ ਪੌੜੀ ਸਾਚੋ ਮੁਖ ਨਾਉ, ਸਤਗੁਰ ਸੇਵ ਪਾਏ ਨਿਜ ਥਾਉ, ਮਨ ਚੂਰੇ ਖਟ ਦਰਸ਼ਨ ਜਾਨ, ਸਰਬ ਜੋਤ ਪੂਰਨ ਭਗਵਾਨ। ਹੁਣ ਇਸ ਸਾਰੇ ਸ਼ਬਦ ਦਾ ਲੰਬਾ ਸ਼ਬਦ ਹੈ ਜੀ। ਇਸ ਦਾ ਆਧਾਰ ਹੈ ਕਿ ਜੇ ਅਸੀਂ ਨਿਰੰਕਾਰ ਦੇ ਨਾਲ ਜੁੜ ਜਾਂਦੇ ਹਾਂ, ਨਿਰੰਕਾਰ ਦੀ ਰਹਿਮਤ ਦੇ ਪਾਤਰ ਬਣ ਜਾਂਦੇ ਹਾਂ, ਤੇ ਮਨ ਚੂਰੇ, ਮਨ ਨੂੰ ਅਸੀਂ ਤੋੜ ਦਿੰਦੇ ਹਾਂ, ਮਨ ਦੇ ਵਿਚਲੀ ਅਹੰਗ ਭਾਵ, ਹੰਕਾਰ, ਇਹ ਟੁੱਟ ਜਾਂਦਾ, ਮਨ ਚੂਰਾ ਅਸੀਂ ਕਰ ਦਿੰਦੇ ਹਾਂ ਮਨ ਦੀ ਈਗੋ ਨੂੰ। ਤੇ ਖਟ ਦਰਸ਼ਨ ਜਾਨ, ਹਿੰਦੂਆਂ ਦੇ 6 ਸ਼ਾਸਤਰ ਨੇ, ਕਿਉਂਕਿ ਉਹਨਾਂ 'ਚ ਵਿਦਵਾਨ ਉਹਨੂੰ ਮੰਨਿਆ ਜਾਂਦਾ ਹੈ ਜਿਹਨੂੰ 4 ਵੇਦ 6 ਸ਼ਾਸਤਰਾਂ ਦਾ ਗਿਆਤਾ ਹੋਏ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜੇ ਅਸੀਂ ਮਨ ਨੂੰ ਚੂਰ ਕਰ ਲਈਏ ਤੇ ਜੋ ਕੁਝ ਸ਼ਾਸਤਰਾਂ 'ਚ ਵੀ ਨਹੀਂ ਹੈ ਅਸੀਂ ਉਹ ਵੀ ਹਾਸਲ ਕਰ, ਸਮਝੋ ਵੀ ਉਹਨੂੰ 6 ਸ਼ਾਸਤਰ ਆ ਗਏ, ਜਿਹਨੇ ਮਨ ਨੂੰ ਜਿੱਤ ਲਿਆ। ਸਰਬ ਜੋਤ ਪੂਰਨ ਭਗਵਾਨ, ਉਹ ਹਰ ਪਾਸੇ ਜਿਸ ਦੇ ਅੰਦਰ ਇਹ ਅਮੰਨਾ ਹੋ ਗਈ ਕਿ ਭਾਈ ਉਸ ਵਾਹਿਗੁਰੂ ਦੀ ਹੋਂਦ ਹੈ ਔਰ ਉਹ ਸਾਰਿਆਂ ਦੇ ਵਿੱਚ ਹੀ ਵਿਚਰ ਰਹੀ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ, ਉਹ ਜ਼ਰਰੇ ਦੇ ਵਿੱਚ ਨਿਰੰਕਾਰ ਵਸਦਾ। ਫਿਰ ਕੀ ਹੋਏਗਾ? ਗ੍ਰਹਿ ਬਨ ਸਮਸਰ ਸਹਿਜ ਸੁਭਾਏ। ਫਿਰ ਜੰਗਲਾਂ 'ਚ ਜਾਣਾ ਜਾਂ ਘਰ 'ਚ ਰਹਿਣਾ, ਗ੍ਰਸਤੀ ਹੋਣਾ ਜਾਂ ਭੱਜ ਜਾਣਾ, ਉਹਦਾ ਕੋਈ ਜਿਹੜਾ ਭੱਜਣ ਦੀ ਲੋੜ ਨਹੀਂ ਰਹੇਗੀ। ਉਹਦੇ ਲਈ ਜਿਹੜਾ ਗ੍ਰਸਤ ਵਿੱਚ ਰਹਿਣ ਵਾਲਾ ਹੈ ਉਹਦੇ ਲਈ ਸਮਸਰ, ਇਹ ਦੋਨੋਂ ਹੀ ਚੀਜ਼ਾਂ ਬਰਾਬਰ ਨੇ। ਉਹਦੇ ਅੰਦਰ ਸਹਿਜ ਆਏਗਾ, ਅਡੋਲਤਾ, ਸੁਭਾਏ, ਪਿਆਰ ਆਏਗਾ ਕਿ ਉਹ ਇੱਕ ਅਡੋਲ ਪਿਆਰ ਦੇ ਵਿੱਚ ਟਿਕ ਕੇ ਜੰਗਲ ਨੂੰ ਵੀ ਜਿਹੜਾ ਉਸ ਨੂੰ ਦਰਕਿਨਾਰ ਕਰਕੇ ਘਰ ਦੇ ਵਿੱਚ, ਗ੍ਰਸਤ ਦੇ ਵਿੱਚ ਹੀ ਜਿਹੜਾ ਉਹ ਆਨੰਦ ਮਾਣੇਗਾ। ਦੁਰਮਤ ਗਤ ਪਈ, ਉਸ ਦੀ ਮਾੜੀ ਮਤ ਜਿਹੜੀ ਹੈ ਗਤ ਪਈ ਉਹ ਦੂਰ ਹੋ ਜਾਏਗੀ। ਕੀਰਤ ਠਾਏ, ਉਸ ਦੇ ਥਾਂ ਦੇ ਉੱਤੇ ਉਸ ਦੇ ਮਨ ਦੇ ਵਿੱਚ ਵਾਹਿਗੁਰੂ ਦੀ ਸਿਫਤ ਸਲਾਹ, ਵਾਹਿਗੁਰੂ ਦੀ ਕੀਰਤ, ਇਸ ਦਾ ਜਿਹੜਾ ਵਾਸ ਹੋਏਗਾ। ਸੱਚ ਪੌੜੀ ਸਾਚੋ ਮੁਖ ਨਾਉ, ਉਹ ਫਿਰ ਸੱਚ ਦੀ ਪੌੜੀ ਦਾ ਸਫ਼ਰ, ਸੱਚ ਵੱਲ ਹੀ ਜਿਹੜਾ ਉਹ ਗਮਜ਼ਾਨ ਹੋਏਗਾ, ਉਸ ਪਾਸੇ ਤੁਰੇਗਾ। ਉਹਦੇ ਸਾਚੋ ਮੁਖ ਨਾਉ, ਉਸ ਦੇ ਮੂੰਹ ਚੋਂ, ਮੁਖਾਰਬਿੰਦ ਚੋਂ ਹਮੇਸ਼ਾ ਉਸ ਵਾਹਿਗੁਰੂ ਦੇ ਸੱਚ ਦੀ ਗੱਲ ਹੀ ਹੋਏਗੀ। ਸਤਗੁਰ ਸੇਵ ਪਾਏ ਨਿਜ ਥਾਉ, ਉਹ ਅਕਾਲ ਪੁਰਖ ਦੀ ਸੇਵਾ 'ਚ, ਸਤਿਗੁਰੂ ਦੀ ਸੇਵਾ ਦੇ ਵਿੱਚ ਤਤਪਰ ਹੋ ਕੇ ਆਪਣਾ ਇੱਕ ਮੁਕਾਮ ਬਣਾ ਲਏਗਾ, ਆਪਣੀ ਥਾਂ ਬਣਾ ਲਏਗਾ। ਔਰ ਉਹਦਾ ਕੀ ਨਤੀਜਾ ਹੋਏਗਾ? ਅਧਿਕ ਤਿਆਸ ਭੇਖ ਬਹੁ ਕਰੇ, ਦੁੱਖ ਵਿਖਿਆ ਸੁਖ ਤਨ ਪਰ ਹਰੇ, ਕਾਮ ਕ੍ਰੋਧ ਅੰਤਰ ਧਨ ਹਿਰੇ, ਦੁਬਿਧਾ ਛੋੜ ਨਾਮ ਨਿਸਤਰੈ। ਹੁਣ ਇੱਕ ਪਾਸੇ ਤਾਂ ਉਹ ਨੇ ਜਿਨ੍ਹਾਂ ਨੇ ਰੱਬ 'ਚ ਮੰਨਾ ਲਿਆਂਦੀ, ਅਡੋਲਤਾ ਔਰ ਆਨੰਦ ਔਰ ਪਿਆਰ ਉਹਨਾਂ 'ਚ ਆਇਆ।
ਇੱਕ ਉਹ ਨੇ ਜਿਹੜੇ ਇਸ ਤੋਂ ਸਖਣੇ ਨੇ ਅਧਿਕ ਤਿਆਸ ਕਹਿੰਦੇ ਨੇ ਤ੍ਰਿਸ਼ਨਾ ਨੂੰ, ਉਹਨਾਂ ਦੇ ਅੰਦਰ ਜਿਹੜੀ ਡਿਜ਼ਾਇਰ ਹੈ ਜੀ ਉਹ ਹਮੇਸ਼ਾ ਵੱਧਦੀ ਜਾਂਦੀ ਹੈ। ਭੇਖ ਬਹੁ ਕਰੇ, ਉਹ ਦੁਨੀਆ ਨੂੰ ਦਿਖਾਉਣ ਲਈ ਬਹੁਤ ਭੇਖ ਕਰਦੇ ਨੇ, ਪਰ ਅੰਦਰ ਉਹਨਾਂ ਦੇ ਤ੍ਰਿਸ਼ਨੇ ਦੁੱਖ ਵਿਖਿਆ ਸੁਖ ਤਨ ਪਰ ਹਰੇ, ਉਹ ਮਾਇਆ ਦੀ ਤ੍ਰਿਸ਼ਨਾ 'ਚ ਰਹਿੰਦੇ ਨੇ। ਇਸ ਲਈ ਉਹਨਾਂ ਦੇ ਅੰਦਰ ਉਸ ਮਾਇਆ ਦੀ ਤ੍ਰਿਸ਼ਨਾ ਦੀ ਬਦੌਲਤ ਦੁੱਖ ਪੈਦਾ ਹੁੰਦਾ ਔਰ ਕਾਮ ਕ੍ਰੋਧ ਅੰਤਰ ਧਨ ਹਿਰੈ, ਉਹ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਵਿਕਾਰਾਂ ਦੇ ਵਿੱਚ ਫਸੇ ਨੇ ਔਰ ਉਹਨਾਂ ਦੇ ਅੰਦਰਲਾ ਧਨ ਜਿਹੜਾ ਨਾਮ ਧਨ ਅੰਦਰ ਵਸਿਆ ਹੋਇਆ ਹੈ ਉਹ ਹਿਰੈ, ਉਹ ਚੁਰਾਇਆ ਜਾਂਦਾ ਹੈ ਔਰ ਦੁਬਿਧਾ ਛੋੜ ਨਾਮ ਨਿਸਤਰ ਹੈ। ਉਹਨਾਂ ਨੂੰ ਇਹ ਸਿੱਖਿਆ ਕਿ ਭਾਈ ਇਹ ਦੁਚਿੱਤੀ, ਇਹ ਦੁਬਿਧਾ, ਕਦੇ ਮਾਇਆ ਵੱਲ ਵੀ ਇਹਨੂੰ ਛੱਡ ਤੇ ਨਾਮ ਦਾ ਸਹਾਰਾ ਲੈ, ਉਸ ਦੇ ਨਾਲ ਹੀ ਨਿਸਤਰ ਹੈ ਤੁਸੀਂ ਪਾਰ ਉਤਰ ਸਕਦੇ ਹੋ। ਫਿਰ ਗੁਰੂ ਸਾਹਿਬ ਫਰਮਾਉਂਦੇ ਨੇ ਸਿਫਤ ਸਲਾਹਣ ਸਹਿਜ ਆਨੰਦ ਸਖਾ ਸੈਣ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸ਼ਿੰਦ ਤਨ ਮਨ ਹਰ ਪੈ ਆਗੈ ਜਿੰਦ, ਕਿ ਉਸ ਦੀ ਸਿਫਤ ਸਲਾਹ ਦੇ ਵਿੱਚ ਜੇ ਰਹੀਏ, ਵਾਹਿਗੁਰੂ ਦੇ ਉਸ ਗੁਣ ਗਾਇਨ 'ਚ ਰਹੀਏ, ਉਹਦੀ ਯਾਦ 'ਚ ਰਹੀਏ, ਇਬਾਦਤ 'ਚ ਰਹੀਏ, ਉਹਦੀ ਬੰਦਗੀ 'ਚ ਹੋਈਏ ਤੇ ਸਹਿਜ ਆਨੰਦ, ਫਿਰ ਅਡੋਲਤਾ ਦਾ ਆਨੰਦ ਹਾਸਲ ਹੁੰਦਾ ਹੈ। ਅੰਦਰ ਅਡੋਲਤਾ ਹੁੰਦੀ ਹੈ, ਉਸ ਵਿੱਚ ਇੱਕ ਆਨੰਦ ਵਸਦਾ ਹੈ। ਸਖਾ ਸੈਣ ਪ੍ਰੇਮ ਗੋਬਿੰਦ, ਗੋਬਿੰਦ ਦੇ ਪ੍ਰੇਮ ਦੇ ਵਿੱਚ, ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਵਾਹਿਗੁਰੂ ਜਿਹੜਾ ਉਹ ਸਖਾ ਲੱਗਦਾ ਹੈ, ਸਹੇਲੀ ਲੱਗਦਾ ਹੈ। ਔਰ ਸੈਣ ਵੀ ਮਿੱਤਰ ਨੂੰ ਕਹਿੰਦੇ ਨੇ, ਫਰੈਂਡ, ਉਹ ਇੱਕ ਵਾਹਿਗੁਰੂ ਸਖਾ ਸੈਣ ਬਣ ਜਾਂਦਾ ਹੈ। ਔਰ ਫਿਰ ਆਪੇ ਕਰੇ ਆਪੇ ਬਖਸ਼ਿੰਦ, ਫਿਰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਉਹ ਕਰਨ ਕਰਾਵਣ ਹਾਰ ਹੈ, ਆਪ ਹੀ ਜੇ ਸਾਡੀ ਕੋਈ ਭੁੱਲ ਵੀ ਹੁੰਦੀ ਹੈ ਤੇ ਉਹ ਬਖਸ਼ਣ ਹਾਰ ਹੈ। ਤਨ ਮਨ ਹਰ ਪੈ ਆਗੈ ਜਿੰਦ, ਫਿਰ ਤੁਸੀਂ ਉਸ ਪਿਆਰੇ ਦੇ ਸਾਹਮਣੇ ਆਪਣੀ ਜਿੰਦ, ਆਪਣੇ ਤਨ ਮਨ ਨੂੰ ਧਰ ਕੇ ਉਸ ਦੇ ਹੁਕਮ ਦੇ ਵਿੱਚ ਜਿਉਂਦੇ ਹੋ। ਤੇ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ ਝੂਠ ਵਿਕਾਰ ਮਹਾ ਦੁੱਖ ਦੇ ਭੇਖ ਵਰਣ ਦੀਸੈ ਸਭ ਖੇ, ਜੋ ਉਪਜੈ ਸੋ ਆਵੈ ਜਾਏ ਨਾਨਕ ਅਸਥਿਰ ਨਾਮ ਰਜਾਏ। ਜਿਹੜੇ ਉਸ ਦੇ ਪਿਆਰ 'ਚ ਸਹਿਜ ਆਨੰਦ 'ਚ ਅਡੋਲਤਾ ਦਾ ਆਨੰਦ ਮਾਣਦੇ ਨੇ, ਸਹਿਜ ਸੁਭਾਏ ਅਡੋਲਤਾ ਦੇ ਵਿੱਚ ਦੇ ਪਿਆਰ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਝੂਠ ਵਿਕਾਰ ਮਹਾ ਦੁੱਖ ਦੇ, ਕਿ ਜੇ ਤੁਸੀਂ ਝੂਠ ਦੇ ਵਿੱਚ ਜਿਉਂਦੇ ਹੋ, ਝੂਠ ਦਾ ਸਹਾਰਾ ਲੈਂਦੇ ਹੋ, ਵਿਕਾਰਾਂ ਵਾਲੀ ਜ਼ਿੰਦਗੀ ਜਿਉਂਦੇ ਹੋ, ਤੇ ਫਿਰ ਇਹ ਦੇਹ ਨੂੰ ਵੀ ਦੁੱਖ ਮਿਲਦਾ। ਕਿਉਂਕਿ ਜਦੋਂ ਤੁਸੀਂ ਅੰਦਰ ਚਾਚ ਹੁੰਦੇ ਹੋ, ਜਦੋਂ ਅਸੀਂ ਪੜ੍ਹਦੇ ਹਾਂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਕਿ ਜਿਹੜਾ ਭਗਤ ਹੈ ਰੱਬ ਨਾਲ ਜੁੜਿਆ ਹੋਇਆ ਉਹਦੇ ਅੰਦਰ ਚਾਹ ਹੁੰਦਾ ਹੈ, ਵਿਗਾਸ ਹੁੰਦਾ ਹੈ। ਫਿਰ ਅਸੀਂ ਕਹਿੰਦੇ ਹਾਂ ਕਿ ਭਾਈ ਜਿਹੜਾ ਅੰਦਰ ਹੈ ਜੇ ਸੋ ਡਰੇ ਜੇ ਪਾਪ ਕਮਾਵਦਾ ਧਰਮੀ ਵਿਗਸੇਤ, ਜਿਹੜਾ ਪਾਪ ਕਰਦਾ ਹੈ, ਝੂਠ ਬੋਲਦਾ ਹੈ, ਉਹ ਡਰ ਦੇ ਵਿੱਚ ਜਿਉਂਦਾ। ਤੇ ਧਰਮੀ ਵਿਗਸੇਤ, ਜਿਹੜਾ ਧਰਮ ਦੇ ਵਿੱਚ ਯਕੀਨ ਰੱਖਣ ਵਾਲਾ, ਸਚਿਆਰਤਾ ਦਾ ਜੀਵਨ ਜਿਉਣ ਵਾਲਾ, ਉਹ ਹਮੇਸ਼ਾ ਵਿਗਸਣਾ ਹੁੰਦਾ, ਫੁੱਲਣਾ, ਚਾਚ ਹੋਣਾ, ਖੁਸ਼ੀ 'ਚ ਹੋਣਾ। ਸੋ ਇਹ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਝੂਠ ਔਰ ਵਿਕਾਰ ਇਹ ਦੇਹ ਨੂੰ ਦੁੱਖ ਦਿੰਦੇ ਨੇ। ਭੇਖ ਵਰਣ ਦੀਸੈ ਸਭ ਖੇ, ਉਹਨਾਂ ਦੇ ਲਈ ਕੋਈ ਵੀ ਭੇਖ ਕਰਨਾ, ਵਰਣ ਆਸ਼ਰਮ, ਇਹ ਸਾਰੇ ਖੇ ਨੇ, ਮਿੱਟੀ ਸਮਾਨ ਨੇ। ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਜੋ ਉਪਜੈ ਸੋ ਆਵੈ ਜਾਏ, ਕਿ ਜੋ ਪੈਦਾ ਹੋਇਆ ਉਸ ਨੇ ਜਾਣਾ, ਉਹ ਆਣ ਆਵਣ ਜਾਣ, ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਨਾਨਕ ਅਸਥਿਰ ਨਾਮ ਰਜਾਏ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਉਹ ਵਾਹਿਗੁਰੂ ਹਮੇਸ਼ਾ ਸਥਿਰ ਹੈ, ਹਮੇਸ਼ਾ ਰਹਿਣ ਵਾਲਾ ਹੈ ਔਰ ਉਸ ਦੇ ਨਾਮ ਦੀ ਰਜ਼ਾ ਦੇ ਵਿੱਚ ਜੀਵਨ ਜਿਉਣਾ ਹੀ ਜੀਵਨ ਦੇ ਆਨੰਦ ਦਾ ਰਹੱਸ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv24.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।